ਹੈਲੋ ਸਟੂਡੈਂਟਸ, ਗੁੱਡ ਮੋਰਨਿੰਗ। ਅੱਜ ਆਪਾਂ ਤੁਹਾਡਾ ਨੈਕਸਟ ਟੋਪਿਕ ਕਰ ਰਹੇ ਹਾਂ। ਟੋਪਿਕ ਦਾ ਨੇਮ ਹੈ ਕਲਾਸੀਫਿਕੇਸ਼ਨ ਆਫ ਫੂਡ। ਸੋ ਪਹਿਲਾਂ ਗੱਲ ਕਰਦੇ ਹਾਂ, ਜਸਟ ਇੱਕ ਇੰਟਰੋਡਕਸ਼ਨ ਹੀ ਦਿੰਦੇ ਹਾਂ। ਲਾਈਫ ਕੈਨ ਨਾਟ ਬੀ ਸਸਟੇਨਡ ਵਿਦਆਊਟ ਐਡੀਕਿਊਟ ਨੋਰਿਸ਼ਮੈਂਟ। ਇਹਦੇ ਲਾਈਫ ਜਿਹੜਾ ਜੀਵਨ ਹੈਗਾ ਉਹ ਪੋਸ਼ਣ ਦੇ ਬਿਨਾਂ ਕਾਇਮ ਨਹੀਂ ਰਹਿ ਸਕਦਾ। ਮੈਨ ਨੀਡਸ ਐਡੀਕਿਊਟ ਫੂਡ ਫॉर ਗਰੋਥ ਐਂਡ ਡਿਵੈਲਪਮੈਂਟ ਐਂਡ ਟੂ ਲੀਡ ਐਨ ਐਕਟਿਵ ਐਂਡ ਹੈਲਦੀ ਲਾਈਫ। ਕਹਿੰਦੇ ਮਨੁੱਖ ਨੂੰ ਕਾਫੀ ਭੋਜਨ ਦੀ ਲੋੜ ਹੁੰਦੀ ਆ ਵਾਧੇ ਅਤੇ ਵਿਕਾਸ ਲਈ ਅਤੇ ਇੱਕ ਚੁਸਤ ਅਤੇ ਸਿਹਤਮੰਦ ਜ਼ਿੰਦਗੀ ਲਈ। ਫੂਡ ਪਲੇਜ਼ ਐਨ ਇੰਪੋਰਟੈਂਟ ਰੋਲ ਇਨ ਮੇਨਟੇਨਿੰਗ ਅ ਪਰਸਨਜ਼ ਨਿਊਟਰੀਨਲ ਐਂਡ ਹੈਲਥ ਸਟੇਟਸ। ਫੂਡ ਹੈ ਜਿਹੜਾ ਉਹ ਕਹਿੰਦੇ ਇੱਕ ਮਹੱਤਵਪੂਰਨ ਰੋਲ ਅਦਾ ਕਰਦਾ ਕਿਸੇ ਵਿਅਕਤੀ ਦੀ ਪੋਸ਼ਣ ਅਤੇ ਸਿਹਤ ਦੇ ਸਟੇਟਸ ਨੂੰ ਮੇਨਟੇਨ ਕਰਨ ਦੇ ਲਈ। ਸੋ ਇਹ ਤਾਂ ਸੀ ਇੱਕ ਇੰਟਰੋਡਕਸ਼ਨ। ਹੁਣ ਆਪਾਂ ਨੈਕਸਟ ਗੱਲ ਕਰਦੇ ਹਾਂ ਕਲਾਸੀਫਿਕੇਸ਼ਨ ਆਫ ਫੂਡ ਬਾਏ ਨਿਊਟਰੀਐਂਟਸ। ਪੌਸ਼ਟਿਕ ਤੱਤਾਂ ਦੇ ਦੁਆਰਾ ਭੋਜਨ ਦੀ ਸ਼੍ਰੇਣੀ ਵੰਡ। ਪੌਸ਼ਟਿਕ ਤੱਤ ਕਿੰਨੇ ਪ੍ਰਕਾਰ ਦੇ ਹੁੰਦੇ ਆ? 6 ਪ੍ਰਕਾਰ ਦੇ। ਕਿਹੜੇ ਕਿਹੜੇ? ਪ੍ਰੋਟੀਨ, ਕਾਰਬੋਹਾਈਡਰੇਟਸ, ਮਿਨਰਲ, ਫੈਟਸ, ਵਿਟਾਮਿਨਸ, ਵਾਟਰ। ਹੁਣ ਗੱਲ ਕਰਦੇ ਹਾਂ ਕਲਾਸੀਫਿਕੇਸ਼ਨ ਆਫ ਫੂਡ ਬਾਏ ਓਰੀਜਨ। ਇਸ ਵਿੱਚ ਕੀ ਹੁੰਦਾ ਗਾ? ਪਲਾਂਟਸ। ਇਹ ਕੀ ਹੁੰਦਾ? ਭੋਜਨ ਦੀ ਸ਼੍ਰੇਣੀ ਵੰਡ ਹੈ ਜਿਹੜੀ ਮੂਲ ਰੂਪ ਵਿੱਚ ਕਿੱਦਾਂ ਹੁੰਦੀ ਹੈਗੀ? ਫਸਟ ਆਫ ਆਲ ਪਲਾਂਟਸ ਯਾਨੀ ਪੇੜ ਪੌਦਿਆਂ ਦੁਆਰਾ। ਮੈਨੀ ਪਲਾਂਟ ਐਂਡ ਪਲਾਂਟ ਪਾਰਟ ਆਰ ਈਟਨ ਐਜ਼ ਅ ਫੂਡ। ਕਹਿੰਦੇ ਬਹੁਤ ਸਾਰੇ ਪੌਦੇ ਜਾਂ ਉਹਨਾਂ ਦੇ ਹਿੱਸੇ ਭੋਜਨ ਦੇ ਰੂਪ ਵਿੱਚ ਖਾਧੇ ਜਾਂਦੇ ਹਨ। ਸੀਡਸ ਆਰ ਗੁੱਡ ਸੋਰਸ ਆਫ ਫੂਡ ਫॉर ਐਨੀਮਲਸ ਇਨਕਲੂਡਿੰਗ ਹਿਊਮਨਸ ਬਿਕੋਜ਼ ਦੇ ਕੰਟੇਨ ਨਿਊਟਰੀਐਂਟਸ। ਜਿਹੜੇ ਬੀਜ ਹੈਗੇ ਕਹਿੰਦੇ ਪਲਾਂਟਸ ਦੇ ਬੀਜ ਹੁੰਦੇ ਹੈਗੇ ਉਹ ਭੋਜਨ ਦਾ ਬਹੁਤ ਵਧੀਆ ਸਰੋਤ ਹੁੰਦੇ ਨੇਗੇ। ਕਿਹਨਾਂ ਲਈ? ਜਾਨਵਰਾਂ ਲਈ ਅਤੇ ਮਨੁੱਖਾਂ ਲਈ। ਕਿਉਂਕਿ ਕੀ ਹੁੰਦਾ ਇਹਨਾਂ ਵਿੱਚ ਪੌਸ਼ਟਿਕ ਤੱਤ ਮੌਜੂਦ ਹੁੰਦੇ ਨੇ। ਆਲ ਸੀਡਸ ਆਰ ਨਾਟ ਹੈਲਦੀ। ਫੋਰ ਐਗਜ਼ਾਮਪਲ ਐਪਲ ਸੀਡਸ, ਚੈਰੀ ਸੀਡਸ ਕੰਟੇਨਿੰਗ ਸਾਈਕਨਾਸਾਈਡ। ਕਹਿੰਦੇ ਸਾਰੇ ਜਿਹੜੇ ਬੀਜ ਹੁੰਦੇ ਉਹ ਹੈਲਦੀ ਨਹੀਂ ਹੁੰਦੇ। ਉਦਾਹਰਨ ਦੇ ਤੌਰ 'ਤੇ ਸੇਬ ਅਤੇ ਚੈਰੀ ਦੇ ਸੀਡ, ਕਿਉਂਕਿ ਉਹਨਾਂ ਵਿੱਚ ਸਾਈਕਨਾਸਾਈਡ ਦਾ ਇੱਕ ਐਸਿਡ ਮੌਜੂਦ ਹੁੰਦਾ ਹੈਗਾ। ਫਰੂਟਸ ਆਰ ਰਿਪਨਡ ਓਵਰੀਜ਼ ਆਫ ਪਲਾਂਟ ਇਨਕਲੂਡਿੰਗ ਸੀਡ ਵਿਦਇਨ ਇਟ। ਵੈਜੀਟੇਬਲਸ ਆਰ ਐਨ ਅਦਰ ਮੋਸਟ ਨੈਚੁਰਲ ਵੇ ਆਫ ਗੈਟਿੰਗ ਫੂਡ। ਕਹਿੰਦੇ ਜਿਹੜੀਆਂ ਸਬਜ਼ੀਆਂ ਅਤੇ ਫਲ ਨੇਗੇ ਉਹ ਕਈ ਫਰੂਟ ਜਿਹੜੇ ਪੱਕੇ ਤੌਰ 'ਤੇ ਮਤਲਬ ਪ੍ਰਾਪਤ ਕੀਤੇ ਜਾਂਦੇ ਉਹਨਾਂ ਦੇ ਬੀਜ ਵੀ ਹੁੰਦੇ ਨੇ। ਅਤੇ ਜੋ ਸਬਜ਼ੀਆਂ ਹੁੰਦੀਆਂ ਹੈਗੀਆਂ ਉਹ ਇੱਕ ਹੋਰ ਕੁਦਰਤੀ ਤਰੀਕਾ ਹੈਗਾ, ਬਹੁਤ ਵਧੀਆ ਤਰੀਕਾ ਹੈਗਾ ਭੋਜਨ ਪ੍ਰਾਪਤ ਕਰਨ ਦਾ। ਉਸ ਤੋਂ ਬਾਅਦ ਪਹਿਲਾਂ ਹੀ ਗੱਲ ਕੀਤੀ ਆਪਾਂ ਪਲਾਂਟਸ ਦੀ। ਹੁਣ ਗੱਲ ਕਰਦੇ ਹਾਂ ਐਨੀਮਲਸ ਯਾਨੀ ਜਾਨਵਰਾਂ ਦੀ। ਦੇ ਆਰ ਯੂਜ਼ਡ ਐਜ਼ ਅ ਫੂਡ ਡਾਇਰੈਕਟਲੀ ਔਰ ਇਨਡਾਇਰੈਕਟਲੀ। ਇੱਥੇ ਕਹਿੰਦੇ ਭੋਜਨ ਦੀ ਸਿੱਧੇ ਤੌਰ 'ਤੇ ਜਾਂ ਅਸਿੱਧੇ ਤੌਰ 'ਤੇ ਵਰਤੋਂ ਕੀਤੀ ਜਾਂਦੀ ਹੈ। ਡਾਇਰੈਕਟ ਵਿੱਚ ਕੀ ਹੁੰਦਾ ਗਾ? ਮੀਟ, ਫਿਸ਼, ਚਿਕਨ ਐਕਸੈਟਰਾ। ਡਾਇਰੈਕਟ ਮੈਥਡ 'ਚ ਕੀ ਹੁੰਦਾ ਹੈਗਾ? ਮੀਟ, ਮੱਛੀ ਜਾਂ ਚਿਕਨ ਵਗੈਰਾ ਯਾਨੀ ਮੁਰਗਾ ਵਗੈਰਾ ਸ਼ਾਮਲ ਹੁੰਦਾ ਗਾ। ਇਨਡਾਇਰੈਕਟ 'ਚ ਹੁੰਦਾ ਮਿਲਕ, ਹਨੀ, ਮਿਲਕ ਪ੍ਰੋਡਕਟਸ, ਐਗਜ਼ ਐਕਸੈਟਰਾ। ਅਸਿੱਧੇ ਜਿਹੜਾ ਮੈਥਡ ਹੁੰਦਾ ਅਸਿੱਧੇ ਤੌਰ 'ਤੇ ਉਹਦੇ ਵਿੱਚ ਕੀ ਹੁੰਦਾ? ਦੁੱਧ, ਸ਼ਹਿਦ, ਦੁੱਧ ਤੋਂ ਬਣੇ ਪਦਾਰਥ, ਅੰਡੇ ਆਦਿ ਵਗੈਰਾ ਸ਼ਾਮਲ ਹੁੰਦੇ ਹਨ। ਹੁਣ ਗੱਲ ਕਰਦੇ ਹਾਂ ਕਲਾਸੀਫਿਕੇਸ਼ਨ ਆਫ ਫੂਡ ਬਾਏ ਫੰਕਸ਼ਨ। ਕਹਿੰਦੇ ਭੋਜਨ ਦੀ ਸ਼੍ਰੇਣੀ ਵੰਡ ਉਹਨਾਂ ਦੇ ਕੰਮ ਦੇ ਆਧਾਰ 'ਤੇ। ਐਨਰਜੀ ਯੀਲਡਿੰਗ ਫੂਡਸ, ਊਰਜਾ ਪ੍ਰਾਪਤ ਕਰਾਉਣ ਵਾਲੇ ਭੋਜਨ ਪਦਾਰਥ ਕਿਹੜੇ ਨੇ? ਦਿਸ ਗਰੁੱਪ ਇਨਕਲੂਡਸ ਫੂਡ ਰਿਚ ਇਨ ਕਾਰਬੋਹਾਈਡਰੇਟ, ਫੈਟ ਐਂਡ ਪ੍ਰੋਟੀਨ। ਦੇ ਮੇ ਬੀ ਬਰੋਡਲੀ ਡਿਵਾਈਡਡ ਇੰਟੂ 2 ਗਰੁੱਪਸ। ਕਹਿੰਦੇ ਜਿਹੜੇ ਇਸ ਗਰੁੱਪ ਵਿੱਚ ਕਿਹੜੇ ਭੋਜਨ ਸ਼ਾਮਲ ਕੀਤੇ? ਜਿਨ੍ਹਾਂ ਵਿੱਚ ਕਾਰਬੋਹਾਈਡਰੇਟ, ਚਿਕਨਾਈ ਅਤੇ ਪ੍ਰੋਟੀਨ ਹੁੰਦੇ ਆ। ਅਤੇ ਉਹਨਾਂ ਨੂੰ ਕੀ ਹੁੰਦਾ ਗਾ? 2 ਹਿੱਸਿਆਂ ਗਰੁੱਪਾਂ ਵਿੱਚ ਵੰਡਿਆ ਜਾਂਦਾ ਹੈ। ਕੈਰਲਸ, ਪਲਸ, ਰੂਟਸ ਐਂਡ ਟਿਊਬਰਸ। ਕਿਹੜੇ ਹੁੰਦੇ ਆ? ਅਨਾਜ, ਦਾਲਾਂ, ਜੜਦਾਰ ਸਬਜ਼ੀਆਂ ਆਦਿ। ਕੈਰਲਸ ਕੀ ਕਰਦੇ ਨੇਗੇ? ਕੈਰਲਸ ਪ੍ਰੋਵਾਈਡ
ਇਨ ਅਡੀਸ਼ਨ ਟੂ ਐਨਰਜੀ ਲਾਰਜ ਅਮਾਊਂਟ ਆਫ ਪ੍ਰੋਟੀਨ। ਜਿਹੜੇ ਅਨਾਜ ਹੁੰਦੇ ਨੇ ਉਹ ਕੀ ਕਰਦੇ ਨੇਗੇ, ਊਰਜਾ ਪ੍ਰਾਪਤ ਕਰਾਉਂਦੇ ਨੇ ਇੱਕ ਵੱਡੀ ਮਾਤਰਾ ਵਿੱਚ। ਇਹਨਾਂ ਵਿੱਚ ਕੀ ਹੁੰਦਾ, ਪ੍ਰੋਟੀਨ ਹੁੰਦਾ। ਮਿਨਰਲਸ ਐਂਡ ਵਿਟਾਮਿਨਸ ਇਨ ਦਾ ਡਾਈਟ। ਇਸ ਵਿੱਚ ਮਿਨਰਲ ਖਣਿਜ ਪਦਾਰਥ ਅਤੇ ਵਿਟਾਮਿਨਸ ਵੀ ਸ਼ਾਮਲ ਹੁੰਦੇ ਨੇ। ਪਲਸ ਆਲਸੋ ਗਿਵ ਪ੍ਰੋਟੀਨ ਐਂਡ ਬੀ ਵਿਟਾਮਿਨ ਬਿਸਾਈਡ ਗਿਵਿੰਗ ਐਨਰਜੀ ਟੂ ਦਾ ਬੋਡੀ। ਕਹਿੰਦੇ ਜਿਹੜੇ ਦਾਲਾਂ ਹੁੰਦੀਆਂ ਗੀਆਂ ਉਹ ਪ੍ਰੋਟੀਨ ਵੀ ਦਿੰਦੀਆਂ ਅਤੇ ਵਿਟਾਮਿਨ ਬੀ ਇਸ ਤੋਂ ਇਲਾਵਾ ਉਹ ਸਰੀਰ ਨੂੰ ਐਨਰਜੀ ਪ੍ਰਦਾਨ ਕਰਦੀਆਂ ਨੇ। ਫੈਟਸ, ਆਇਲਸ ਐਂਡ ਪਿਓਰ ਕਾਰਬੋਹਾਈਡਰੇਟਸ ਲਾਈਕ ਸ਼ੂਗਰ, ਚਿਕਨਾਈ, ਤੇਲ ਅਤੇ ਪਿਓਰ ਜਿਹੜੀ ਕਾਰਬੋਹਾਈਡਰੇਟ ਹੁੰਦੇ ਜਿਵੇਂ ਸ਼ੂਗਰ ਵਗੈਰਾ। ਸ਼ੂਗਰ ਪ੍ਰੋਵਾਈਡ ਓਨਲੀ ਐਨਰਜੀ। ਜਿਹੜੀ ਸ਼ੂਗਰ ਹੈਗੀ ਉਹ ਸਿਰਫ ਊਰਜਾ ਪ੍ਰਦਾਨ ਕਰਦੀ ਹੈ। ਐਂਡ ਫੈਟਸ ਪ੍ਰੋਵਾਈਡ ਕੰਸਨਟ੍ਰੇਟਡ ਸੋਰਸ ਆਫ ਐਨਰਜੀ। ਜਿਹੜੀ ਫੈਟ ਹੈਗੀ ਉਹ ਦੇ ਮੁੱਖ ਐਨਰਜੀ ਦੇ ਮੁੱਖ ਸਰੋਤ ਪ੍ਰਦਾਨ ਕਰਦੀ ਹੈਗੀ। ਇਸ ਤੋਂ ਬਾਅਦ ਗੱਲ ਕਰਦੇ ਹਾਂ ਬੋਡੀ ਬਿਲਡਿੰਗ ਫੂਡਸ। ਬੋਡੀ ਬਿਲਡਿੰਗ ਫੂਡਸ ਮਤਲਬ ਸਰੀਰ ਨੂੰ ਬਣਾਉਣ ਵਾਲੇ ਭੋਜਨ ਪਦਾਰਥ ਉਹ ਹੁੰਦੇ ਆ ਫੂਡ ਰਿਚ ਇਨ ਪ੍ਰੋਟੀਨ ਆਰ ਕਾਲਡ ਬੋਡੀ ਬਿਲਡਿੰਗ ਫੂਡ। ਕਹਿੰਦੇ ਉਹ ਭੋਜਨ ਪਦਾਰਥ ਜਿਨ੍ਹਾਂ ਵਿੱਚ ਪ੍ਰੋਟੀਨ ਭਰਪੂਰ ਹੁੰਦਾ ਹੈਗਾ ਉਹਨਾਂ ਨੂੰ ਬੋਡੀ ਬਿਲਡਿੰਗ ਫੂਡਸ ਕਿਹਾ ਜਾਂਦਾ ਹੈ। ਦੇ ਆਰ ਕਲਾਸੀਫਾਈਡ ਇਨਟੂ 2 ਗਰੁੱਪਸ। ਉਹਨਾਂ ਨੂੰ 2 ਗਰੁੱਪਾਂ ਵਿੱਚ ਕਲਾਸੀਫਾਈ ਯਾਨੀ ਸ਼੍ਰੇਣੀ ਵੰਡ ਕੀਤੀ ਜਾਂਦੀ ਆ। ਮਿਲਕ, ਐਗ, ਮੀਟ ਐਂਡ ਫਿਸ਼। ਦੇ ਆਰ ਰਿਚ ਇਨ ਪ੍ਰੋਟੀਨ ਆਫ ਹਾਈ ਬਾਇਓਲੋਜੀਕਲ ਵੈਲਿਊ। ਕਹਿੰਦੇ ਇਹਨਾਂ ਵਿੱਚ ਪ੍ਰੋਟੀਨ ਦੀ ਉੱਚ ਬਾਇਓਲੋਜੀਕਲ ਵੈਲਿਊ ਦੀ ਮਾਤਰਾ ਭਰਪੂਰ ਹੁੰਦੀ ਹੈ। ਦੀਜ਼ ਪ੍ਰੋਟੀਨ ਹੈਵ ਆਲ ਦਾ ਅਸੈਂਸ਼ੀਅਲ ਅਮੀਨੋ ਐਸਿਡ। ਅਤੇ ਇਹਨਾਂ ਪ੍ਰੋਟੀਨ ਵਿੱਚ ਕੀ ਹੁੰਦੇ ਆ, ਜਿਹੜੇ ਸਾਰੇ ਜ਼ਰੂਰੀ ਅਮੀਨੋ ਐਸਿਡ ਹੁੰਦੇ ਨੇ ਸ਼ਾਮਲ ਹੁੰਦੇ ਹਨ। ਪਲਸ, ਨਟਸ ਐਂਡ ਆਇਲ ਸੀਡਸ। ਕਿ ਦਾਲਾਂ, ਨਟਸ ਇਹ ਜਿਹੜੇ ਤੇਲ ਦੇ ਬੀਜ ਹੁੰਦੇ ਆ ਉਹਨਾਂ ਵਿੱਚ ਕੀ ਹੁੰਦਾ ਗਾ, ਦੇ ਆਰ ਰਿਚ ਇਨ ਪ੍ਰੋਟੀਨ ਬਟ ਮੇ ਨਾਟ ਕੰਟੇਨ ਆਲ ਅਸੈਂਸ਼ੀਅਲ ਅਮੀਨੋ ਐਸਿਡ ਰਿਕੁਆਇਰਡ ਬਾਏ ਹਿਊਮਨ ਬੋਡੀ। ਕਹਿੰਦੇ ਇਹਨਾਂ ਵਿੱਚ ਪ੍ਰੋਟੀਨ ਤਾਂ ਭਰਪੂਰ ਹੁੰਦਾ ਹੈ ਬਟ ਇਹਨਾਂ ਵਿੱਚ ਕੀ ਹੁੰਦਾ, ਸਾਰੇ ਅਮੀਨੋ ਅਸੈਂਸ਼ੀਅਲ ਜਿਹੜੇ ਜ਼ਰੂਰੀ ਅਮੀਨੋ ਐਸਿਡ ਹੁੰਦੇ ਆ ਜੋ ਮਨੁੱਖੀ ਸਰੀਰ ਲਈ ਲੋੜੀਂਦੇ ਹੁੰਦੇ ਆ ਸ਼ਾਮਲ ਨਹੀਂ ਹੁੰਦੇ। ਪ੍ਰੋਟੈਕਟਿਵ ਫੂਡਸ। ਪ੍ਰੋਟੈਕਟਿਵ ਫੂਡ ਜਿਹੜੇ ਸਰੀਰ ਨੂੰ ਸੁਰੱਖਿਅਤਾ ਦੇਣ ਵਾਲੇ ਭੋਜਨ ਪਦਾਰਥ ਕਿਹੜੇ ਹੁੰਦੇ, ਫੂਡਸ ਰਿਚ ਇਨ ਪ੍ਰੋਟੀਨ ਵਿਟਾਮਿਨ ਐਂਡ ਮਿਨਰਲਸ ਹੈਵ ਰੈਗੂਲੇਟਰੀ ਫੰਕਸ਼ਨਸ ਇਨ ਦਾ ਬੋਡੀ ਲਾਈਕ ਮੇਨਟੇਨਿੰਗ ਦਾ ਹਾਰਟ ਬੀਟ, ਵਾਟਰ ਬੈਲੈਂਸ ਐਂਡ ਟੈਂਪਰੇਚਰ ਐਕਸੈਟਰਾ। ਜਿਹੜੇ ਫੂਡ ਆ ਜਿਨ੍ਹਾਂ ਵਿੱਚ ਪ੍ਰੋਟੀਨ ਹੁੰਦਾ, ਵਿਟਾਮਿਨ ਦਾ ਮਿਨਰਲ ਹੁੰਦਾ, ਉਹਨਾਂ ਦੇ ਕੀ ਹੁੰਦੇ ਹੈਗੇ ਰੈਗੂਲਰ ਨਿਰੰਤਰ ਫੰਕਸ਼ਨ ਕਰਦੇ ਆ ਸਰੀਰ ਦੇ ਲਈ। ਜਿਵੇਂ ਹਾਰਟ ਬੀਟ ਨੂੰ ਮੇਨਟੇਨ ਰੱਖਣਾ, ਪਾਣੀ ਦਾ ਸੰਤੁਲਿਤ ਬਣਾ ਕੇ ਰੱਖਣਾ ਅਤੇ ਸਰੀਰ ਦੇ ਤਾਪਮਾਨ ਆਦਿ ਵਗੈਰਾ। ਪ੍ਰੋਟੈਕਟਿਵ ਫੂਡਸ ਆਰ ਬਰੋਡਲੀ ਕਲਾਸੀਫਾਈਡ ਇਨਟੂ 2 ਗਰੁੱਪਸ। ਜਿਹੜੇ ਸੁਰੱਖਿਆ ਪ੍ਰਦਾਨ ਕਰਨ ਵਾਲੇ ਭੋਜਨ ਪਦਾਰਥ ਹੁੰਦੇ ਆ ਉਹਨਾਂ ਨੂੰ 2 ਗਰੁੱਪਾਂ ਵਿੱਚ ਵੰਡਿਆ ਜਾਂਦਾ ਹੈਗਾ। ਫੂਡ ਰਿਚ ਇਨ ਵਿਟਾਮਿਨਸ ਐਂਡ ਮਿਨਰਲਸ ਐਂਡ ਪ੍ਰੋਟੀਨ ਆਫ ਹਾਈ ਬਾਇਓਲੋਜੀਕਲ ਵੈਲਿਊ ਫੋਰ ਐਗਜ਼ਾਮਪਲ ਮਿਲਕ, ਐਗ, ਫਿਸ਼। ਕਹਿੰਦੇ ਉਹ ਭੋਜਨ ਪਦਾਰਥ ਜਿਨ੍ਹਾਂ ਵਿੱਚ ਵਿਟਾਮਿਨ, ਮਿਨਰਲ ਅਤੇ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਅਤੇ ਉਹਨਾਂ ਦੀ ਉੱਚ ਬਾਇਓਲੋਜੀਕਲ ਮਹੱਤਤਾ ਹੁੰਦੀ ਹੈ। ਉਦਾਹਰਨ ਦੇ ਤੌਰ 'ਤੇ ਦੁੱਧ, ਅੰਡਾ ਅਤੇ ਮੱਛੀ ਵਗੈਰਾ। ਫੂਡ ਰਿਚ ਇਨ ਸਰਟਨ ਵਿਟਾਮਿਨਸ ਐਂਡ ਮਿਨਰਲਸ ਓਨਲੀ ਫੋਰ ਐਗਜ਼ਾਮਪਲ ਗ੍ਰੀਨ ਲੈਫੀ ਵੈਜੀਟੇਬਲਸ ਐਂਡ ਫਰੂਟਸ। ਉਹ ਭੋਜਨ ਪਦਾਰਥ ਜਿਨ੍ਹਾਂ ਵਿੱਚ ਨਿਸ਼ਚਿਤ ਹੀ ਵਿਟਾਮਿਨ ਅਤੇ ਖਣਿਜ ਪਦਾਰਥ ਹੁੰਦੇ ਹਨ ਅਤੇ ਸਿਰਫ ਕਿਹਨਾਂ ਵਿੱਚ ਹੁੰਦੇ ਆ, ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਫਲਾਂ ਵਗੈਰਾ ਵਿੱਚ। ਇਸ ਤੋਂ ਬਾਅਦ ਗੱਲ ਕਰਦੇ ਹਾਂ ਕਲਾਸੀਫਿਕੇਸ਼ਨ ਆਫ ਫੂਡ ਬਾਏ ਨਿਊਟ੍ਰੀਟਿਵ ਵੈਲਿਊ। ਪੌਸ਼ਟਿਕ ਗੁਣਵੱਤਾ ਦੇ ਆਧਾਰ 'ਤੇ ਭੋਜਨ ਦੀ ਸ਼੍ਰੇਣੀ ਵੰਡ। ਕੈਰਲਸ ਐਂਡ ਮਿਲਟਸ ਦੇ ਪ੍ਰੋਵਾਈਡ ਅਬਾਊਟ 70 to 80% ਆਫ ਕੈਲੋਰੀਜ਼, ਪ੍ਰੋਟੀਨ ਐਂਡ ਅਦਰ ਨਿਊਟ੍ਰੀਐਂਟਸ। ਕਹਿੰਦੇ ਇਹ ਲਗਭਗ 70 ਤੋਂ 80% ਕੈਲੋਰੀਜ਼, ਪ੍ਰੋਟੀਨ ਅਤੇ ਹੋਰ ਪੌਸ਼ਟਿਕ ਤੱਤ ਪ੍ਰਦਾਨ ਕਰਦਾ। ਪਲਸ ਯਾਨੀ ਦਾਲਾਂ ਵਗੈਰਾ। ਡਰਾਈ ਪਲਸ ਆਰ ਰਿਚ ਇਨ ਪ੍ਰੋਟੀਨ ਕੰਟੇਨਿੰਗ ਅਬਾਊਟ 19 to 24%। ਕਹਿੰਦੇ ਜਿਹੜੇ ਸੁੱਕੀਆਂ ਦਾਲਾਂ ਹੁੰਦੀਆਂ ਉਹਨਾਂ ਵਿੱਚ ਪ੍ਰੋਟੀਨ ਭਰਪੂਰ ਹੁੰਦਾ ਅਤੇ ਇਸ ਵਿੱਚ 19 ਤੋਂ 24% ਪ੍ਰੋਟੀਨ ਦੀ ਮਾਤਰਾ ਹੁੰਦੀ ਆ। ਨਟਸ ਐਂਡ ਆਇਲ ਸੀਡਸ
ਦੇ ਕੰਟੇਨ ਪ੍ਰੋਟੀਨ 18 to 40%। ਇਸ ਵਿੱਚ ਕੀ ਹੁੰਦਾ ਗਾ, ਜਿਹੜਾ ਪ੍ਰੋਟੀਨ ਹੁੰਦਾ ਗਾ ਉਹ 18 ਤੋਂ 40% ਹੁੰਦਾ ਗਾ। ਇਸ ਤੋਂ ਬਾਅਦ ਗੱਲ ਕਰਦੇ ਹਾਂ ਵੈਜੀਟੇਬਲ। ਦੇ ਆਰ ਕੈਟਾਗਰਾਈਜ਼ਡ ਐਜ਼ ਗ੍ਰੀਨ ਲੈਫੀ ਵੈਜੀਟੇਬਲ, ਰੂਟਸ ਐਂਡ ਟਿਊਬਰਸ ਐਂਡ ਅਦਰ ਵੈਜੀਟੇਬਲ। ਉਹਨਾਂ ਦੀ ਜਿਹੜੀ ਸ਼੍ਰੇਣੀ ਵੰਡ ਆ ਉਹ ਗ੍ਰੀਨ ਹਰੀਆਂ ਪੱਤੇਦਾਰ ਸਬਜ਼ੀਆਂ, ਜੜਦਾਰ ਸਬਜ਼ੀਆਂ ਅਤੇ ਹੋਰ ਸਬਜ਼ੀਆਂ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਦੇ ਕੰਟੇਨ ਹਾਈ ਅਮਾਊਂਟ ਆਫ ਨਿਊਟਰੀਐਂਟਸ ਐਂਡ ਆਰ ਵੈਰੀ ਹੈਲਦੀ। ਉਹਨਾਂ ਵਿੱਚ ਕੀ ਹੁੰਦਾ ਗਾ, ਭਰਪੂਰ ਮਾਤਰਾ ਵਿੱਚ ਜਾਂ ਵੱਡੀ ਮਾਤਰਾ ਵਿੱਚ ਪੌਸ਼ਟਿਕ ਤੱਤ ਹੁੰਦੇ ਹਨ ਅਤੇ ਉਹ ਬਹੁਤ ਸਿਹਤਮੰਦ ਹੁੰਦੀਆਂ ਹਨ। ਫਰੂਟਸ ਦੇ ਆਰ ਰਿਚ ਇਨ ਵਿਟਾਮਿਨਸ। ਜਿਹੜੇ ਫਰੂਟਸ ਹੁੰਦੇ ਆ, ਫਲ ਵਗੈਰਾ, ਉਹਨਾਂ ਵਿੱਚ ਵਿਟਾਮਿਨਸ ਹੁੰਦੇ ਨੇ। ਉਸ ਤੋਂ ਬਾਅਦ ਗੱਲ ਕਰਦੇ ਹਾਂ ਮਿਲਕ ਐਂਡ ਮਿਲਕ ਪ੍ਰੋਡਕਟਸ। ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਕਿਹੜੇ ਆ। 1 ਲੀਟਰ ਆਫ ਕਾਊਜ਼ ਮਿਲਕ ਪ੍ਰੋਵਾਈਡ ਅਬਾਊਟ 35 ਗ੍ਰਾਮ ਪ੍ਰੋਟੀਨ। ਕਹਿੰਦੇ ਜਿਹੜਾ ਗਾਂ ਦਾ 1 ਲੀਟਰ ਦੁੱਧ ਕੀ ਹੁੰਦਾ ਗਾ, 35 ਗ੍ਰਾਮ ਪ੍ਰੋਟੀਨ, 35 ਗ੍ਰਾਮ ਫੈਟ, 1 ਗ੍ਰਾਮ ਕੈਲਸ਼ੀਅਮ, 1.5 ਮਿਲੀਗ੍ਰਾਮ ਰਿਬੋਫਲੇਵਿਨ, 1500 IU ਆਫ ਵਿਟਾਮਿਨ ਏ ਐਂਡ ਸਮੋਲ ਅਮਾਊਂਟ ਆਫ ਵਿਟਾਮਿਨ ਵੀ ਐਂਡ ਮਿਨਰਲਸ। ਜਿਹੜੇ ਕਿ ਗਾਂ ਦਾ ਕਹਿੰਦੇ 1 ਲੀਟਰ ਦੁੱਧ ਹੁੰਦਾ ਉਹ ਲਗਭਗ 35 ਗ੍ਰਾਮ ਪ੍ਰੋਟੀਨ, 35 ਗ੍ਰਾਮ ਚਿਕਨਾਈ, 1 ਗ੍ਰਾਮ ਕੈਲਸ਼ੀਅਮ, 1.5 ਮਿਲੀਗ੍ਰਾਮ ਰਿਬੋਫਲੇਵਿਨ ਯਾਨੀ ਵਿਟਾਮਿਨ ਏ ਦਾ ਕੈਮੀਕਲ ਨੇਮ ਆ, 1500 IU ਆਫ ਵਿਟਾਮਿਨ ਏ ਐਂਡ ਜਿਹੜੇ ਵਿਟਾਮਿਨ ਬੀ ਅਤੇ ਖਣਿਜ ਦੇ ਛੋਟੀ ਮਾਤਰਾ ਵਿੱਚ ਪ੍ਰਦਾਨ ਕਰਦਾ ਗਾ। ਉਸ ਤੋਂ ਬਾਅਦ ਐਗਜ਼ ਕੰਟੇਨ 30% ਆਫ ਪ੍ਰੋਟੀਨ ਐਂਡ 13% ਆਫ ਫੈਟ। ਜਿਹੜਾ ਕਹਿੰਦੇ ਮੁਰਗੀ ਦਾ ਇੱਕ ਅੰਡਾ ਹੁੰਦਾ ਉਸ ਵਿੱਚ ਪ੍ਰੋਟੀਨ ਅਤੇ ਜਿਹੜੀ ਫੈਟ ਆ ਉਹ 13% ਹੁੰਦੀ ਹੈਗੀ। ਐਗ ਵਾਈਟ ਕੰਟੇਨਿੰਗ ਆਫ 12% ਆਫ ਪ੍ਰੋਟੀਨ, ਸਮ ਵਿਟਾਮਿਨ ਟਰੇਸਿਸ ਆਫ ਫੈਟ। ਜਿਹੜਾ ਐਗ ਦਾ ਵਾਈਟ ਹਿੱਸਾ ਹੁੰਦਾ ਗਾ ਉਹਦੇ ਵਿੱਚ 12% ਪ੍ਰੋਟੀਨ ਅਤੇ ਕੁਝ ਵਿਟਾਮਿਨ ਅਤੇ ਫੈਟ ਵਗੈਰਾ ਹੁੰਦੇ ਨੇ। ਐਗ ਜੋਲੀ ਕੰਟੇਨ 15% ਪ੍ਰੋਟੀਨ ਐਂਡ 3% ਫੈਟ। ਜਿਹੜਾ ਦਾ ਅੰਡੇ ਦਾ ਪੀਲਾ ਹਿੱਸਾ ਹੁੰਦਾ ਗਾ ਉਹ 15% ਪ੍ਰੋਟੀਨ ਅਤੇ 3% ਚਿਕਨਾਈ ਪ੍ਰੋਵਾਈਡ ਕਰਦਾ, ਯਾਨੀ ਕੰਟੇਨ ਉਸ ਵਿੱਚ ਹੁੰਦੀ ਆ। ਉਸ ਤੋਂ ਬਾਅਦ ਗੱਲ ਕਰਦੇ ਮੀਟ, ਫਿਸ਼ ਐਂਡ ਐਨੀਮਲ ਪ੍ਰੋਡਕਟ। ਉਸ ਮੀਟ ਵਿੱਚ ਕੀ ਹੁੰਦਾ ਗਾ 18 ਤੋਂ 22% ਪ੍ਰੋਟੀਨ ਹੁੰਦੀ ਆ। ਫਿਸ਼ ਵਿੱਚ ਵੀ 18 ਤੋਂ 22 ਐਂਡ ਲੀਵਰ ਆ ਜਿਹੜਾ ਉਹਦੇ ਵਿੱਚ ਯਾਨੀ ਕਲੇਜੀ ਉਹਦੇ ਵਿੱਚ 18 ਤੋਂ 20% ਪ੍ਰੋਟੀਨ ਹੁੰਦੀ ਹੈਗੀ। ਸੋ ਸਟੂਡੈਂਟ ਇਹ ਸੀ ਤੁਹਾਡਾ